ਧੀਆਂ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖਦੀਆਂ ਨੇ। ਔਰ ਅੱਜ ਮੈਂ ਜਿਹੜੀ ਗੱਲ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ ਕਿ ਧੀਆਂ ਜਿਹੜੀਆਂ ਨੇ ਹਮੇਸ਼ਾ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖਦੀਆਂ ਨੇ। ਧੀਆਂ ਜਿਹੜੀਆਂ ਨੇ ਉਹ ਮਾਂ-ਪਿਓ ਦੀ ਮਾਪਿਆਂ ਦੀ ਇੱਜ਼ਤ ਦਾ ਬੜਾ ਖਿਆਲ ਰੱਖਦੀਆਂ ਨੇ। ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਚਾਹੁੰਦਾ ਹਾਂ। ਇੱਕ ਧੀ ਬੜੇ ਚਿਰਾਂ ਬਾਅਦ ਮਾਪਿਆਂ ਦੇ ਘਰ ਆਈ। ਮਾਪਿਆਂ ਨੇ ਹਾਲ ਚਾਲ ਪੁੱਛਿਆ ਤੇ ਪੁੱਛਿਆ ਧੀਏ ਸੁਣਾ ਸੱਸ ਦਾ ਕੀ ਹਾਲ। ਧੀ ਨੇ ਆਖਿਆ ਮਾਂ ਮੈਂ ਠੀਕ ਹਾਂ। ਉਹਨੇ ਕਿਹਾ ਧੀਏ ਸੋਹਰੇ ਦੀ ਸੁਣਾ। ਉਹਨੇ ਕਿਹਾ ਧੀ ਨੇ ਮਾਂ ਮੈਂ ਠੀਕ ਹਾਂ। ਨਨਾਣਾ ਦੀ ਸੁਣਾ। ਉਹਨੇ ਕਿਹਾ ਮਾਂ ਮੈਂ ਠੀਕ ਹਾਂ। ਮਾਂ ਨੇ ਪੁੱਛਿਆ ਧੀਏ ਅਸੀਂ ਤੈਨੂੰ ਤੇਰੇ ਸਹੁਰਿਆਂ ਦਾ ਹਾਲ ਚਾਲ ਪੁੱਛਣੇ ਪਏ ਹਾਂ, ਤੂੰ ਅੱਗੋਂ ਕਹਿੰਦੀ ਪਈ ਹੈ ਕਿ ਮੈਂ ਠੀਕ ਹਾਂ। ਉਹਨੇ ਕਿਹਾ ਮਾਂ ਜੇ ਮੈਂ ਠੀਕ ਹਾਂ ਤੇ ਮੇਰੀ ਸੱਸ ਵੀ ਠੀਕ ਹੈ ਤੇ ਮੇਰਾ ਸਹੁਰਾ ਵੀ ਠੀਕ ਹੈ ਤੇ ਮੇਰੀਆਂ ਨਨਾਣਾ ਵੀ ਠੀਕ ਨੇ, ਕਿਉਂਕਿ ਮੈਂ ਆਪਣੇ ਆਪ ਨੂੰ ਠੀਕ ਰੱਖਿਆ ਹੈ। ਜੇ ਮੈਂ ਠੀਕ ਨਹੀਂ ਰਹਾਂਗੀ ਤੇ ਉਹ ਕਿਵੇਂ ਠੀਕ ਰਹਿਣਗੇ। ਸੋ ਇਸ ਵਾਸਤੇ ਮੈਂ ਆਪਣੇ ਆਪ ਨੂੰ ਠੀਕ ਰੱਖਿਆ ਹੈ ਤੇ ਮੈਂ ਆਪਣੇ ਆਪ ਨੂੰ ਇਸ ਵਾਸਤੇ ਠੀਕ ਰੱਖਿਆ ਹੈ ਤਾਂ ਕਿ ਉਹ ਠੀਕ ਰਹਿਣ, ਤੇ ਮੈਂ ਅਗਰ ਠੀਕ ਨਹੀਂ ਰਹਾਂਗੀ ਤਾਂ ਉਹ ਕਿਵੇਂ ਠੀਕ ਰਹਿਣਗੇ। ਮਾਂ ਇਹ ਗੱਲ ਸੁਣ ਕੇ ਤੇ ਬੜੀ ਖੁਸ਼ ਹੋਈ ਤੇ ਹੈਰਾਨ ਵੀ ਹੋਈ ਕਿ ਮੇਰੀ ਧੀ ਜਿਹੜੀ ਹੈ ਕਿੰਨੀ ਸਿਆਣੀ ਹੈ। ਸੋ ਕਹਿਣ ਦਾ ਮਕਸਦ ਇਹ ਹੈ ਕਿ ਜਿਹੜੀਆਂ ਧੀਆਂ ਨੇ ਉਹ ਮਾਪਿਆਂ ਦੀ ਇੱਜ਼ਤ ਦਾ ਬੜਾ ਖਿਆਲ ਰੱਖਦੀਆਂ ਨੇ। ਸਹੁਰਿਆਂ ਦੇ ਘਰ ਜਾ ਕੇ ਉਹ ਆਪਣੇ ਆਪ ਨੂੰ ਢਾਲ ਲੈਂਦੀਆਂ ਨੇ ਔਰ ਉਹਨਾਂ ਦੇ ਮਿਜ਼ਾਜ ਨੂੰ ਸਮਝ ਜਾਂਦੀਆਂ ਨੇ ਤਾਂ ਕਿ ਮਾਂ ਬਾਪ ਦੀ ਇੱਜ਼ਤ ਜਿਹੜੀ ਹੈ ਉਹ ਬਰਕਰਾਰ ਹੋਵੇ, ਮਾਂ ਬਾਪ ਦੀ ਇੱਜ਼ਤ 'ਤੇ ਕੋਈ ਦਾਗ ਨਾ ਆਵੇ। ਇਸੇ ਤਰ੍ਹਾਂ ਇਹ ਧੀ ਜਿਹੜੀ ਕਹਿੰਦੀ ਮੈਂ ਠੀਕ ਹਾਂ, ਕਿਉਂਕਿ ਅੱਜ ਦੀ ਜਿਹੜੀ ਧੀ ਵੇ ਉਹ ਅਗਰ ਆਪਣੇ ਆਪ ਨੂੰ ਠੀਕ ਰੱਖੇਗੀ ਤੇ ਸਹੁਰੇ ਵੀ ਠੀਕ ਨੇ ਤੇ ਮਾਪੇ ਸਦਾ ਜਿਹੜੇ ਨੇ ਉਹ ਖੁਸ਼ ਰਹਿੰਦੇ ਨੇ ਤੇ ਜਿਨ੍ਹਾਂ ਦੀਆਂ ਧੀਆਂ ਸਦਾ ਆਬਾਦ ਰਹਿੰਦੀਆਂ ਨੇ। ਤੇ ਮੈਂ ਉਹ ਧੀਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਮਾਪਿਆਂ ਦੀ ਇੱਜ਼ਤ ਦਾ ਹਮੇਸ਼ਾ ਖਿਆਲ ਰੱਖਿਆ ਕਰੋ ਤੇ ਆਪਣੇ ਆਪ ਨੂੰ ਜਿਹੜਾ ਹੈ ਉਸ ਖਾਨਦਾਨ ਦੇ ਨਾਲ ਢਾਲਣ ਦੀ ਕੋਸ਼ਿਸ਼ ਕਰੋ, ਉਹਨਾਂ ਦੇ ਮਿਜ਼ਾਜ ਨੂੰ ਸਮਝੋ। ਜਦੋਂ ਤੁਸੀਂ ਸਮਝ ਜਾਓਗੇ ਤੇ ਤੁਹਾਡੇ ਘਰ ਸਦਾ ਸਲਾਮਤ ਤੇ ਸਦਾ ਮੁਬਾਰਕ ਹੋਣਗੇ, ਕਿਉਂਕਿ ਖੁਦਾ ਦੇ ਕਲਾਮ 'ਚ ਵੀ ਲਿਖਿਆ ਹੈ ਕਿ ਅਕਲਮੰਦ ਔਰਤ ਜਿਹੜੀ ਉਹ ਆਪਣਾ ਘਰ ਬਣਾਉਂਦੀ ਹੈ ਪਰ ਅਹਿਮਕ ਜਿਹੜੀ ਬੇਵਕੂਫੀ ਨੂੰ ਆਪਣੇ ਹੱਥਾਂ ਨਾਲ ਬਰਬਾਦ ਕਰ ਦਿੰਦੀ ਹੈ। ਤੇ ਘਰ ਵਸਾਣੇ ਜਿਹੜੇ ਨੇ ਉਹ ਕੋਈ ਜਿਹੜੇ ਨੇ ਉਹ ਸੌਖੇ ਨਹੀਂ ਹੁੰਦੇ, ਬੜੇ ਔਖੇ ਹੁੰਦੇ ਨੇ ਤੇ ਉਹ ਘਰ ਵਸਾਉਣ ਲਈ ਫਿਰ ਆਪਣਾ ਆਪ ਜਿਹੜਾ ਨਾ ਉਸ ਤਰ੍ਹਾਂ ਦਾ ਕਰਨਾ ਪੈਂਦਾ ਹੈ ਤਾਂ ਕਿ ਘਰ ਜਿਹੜੇ ਨੂੰ ਸਲਾਮਤ ਰਹੇ। ਇਸ ਵਾਰ ਧੀ ਨੇ ਕਿਹਾ ਕਿ ਮੈਂ ਠੀਕ ਹਾਂ, ਕਿ ਮੈਂ ਠੀਕ ਹਾਂ ਤੇ ਉਹ ਵੀ ਠੀਕ ਨੇ, ਤੇ ਜੇ ਮੈਂ ਠੀਕ ਨਹੀਂ ਹੋਵਾਂਗੀ ਤੇ ਫਿਰ ਉਹ ਕਿਵੇਂ ਠੀਕ ਹੋਣਗੇ। ਸੋ ਧੀਓ ਇਹ ਗੱਲ ਨੂੰ ਸਮਝੋ ਤੇ ਆਪਣੇ ਮਾਪਿਆਂ ਦੀ ਇੱਜ਼ਤ ਦਾ ਹਮੇਸ਼ਾ ਖਿਆਲ ਰੱਖਣਾ।